ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬਰਨ ਕੌਰ ਮਾਨ। ਖਬਰਾਂ ਦੇ ਬ੍ਰਿਟਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬ੍ਰਿਟਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨੇ ਪ੍ਰਮੰਨੇ ਨਾਮ ਪੇਸ਼ ਨੇ। ਪਹਿਲਾਂ ਚੁਣਵੀਆਂ ਖਬਰਾਂ। ਅਮਰੀਕਾ 'ਚ ਭਾਰਤੀ ਪੇਸ਼ੇਵਰਾਂ ਦੇ ਪਰਿਵਾਰਾਂ ਨੂੰ ਮਿਲੇ ਵੀਜ਼ਾ ਨਿਯਮਾਂ ਵਿੱਚ ਰਾਹਤ। ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਕੀਤੀ ਅਪੀਲ। ਵੈਨਕੂਵਰ ਹਵਾਈ ਅੱਡੇ ਤੇ ਲੱਗੀਆਂ ਮੁਸਾਫਰਾਂ ਦੀਆਂ ਲੰਬੀਆਂ ਕਤਾਰਾਂ। ਬਾਈਡਨ ਨੇ ਈਦ ਮੌਕੇ ਦਿੱਤੀ ਵਧਾਈ। ਕਿਹਾ ਦੁਨੀਆ ਭਰ ਵਿੱਚ ਮੁਸਲਮਾਨ ਹਿੰਸਾ ਦਾ ਹੋ ਰਹੇ ਨੇ ਸ਼ਿਕਾਰ। ਮਾਰੀਓਪੋਲ ਤੋਂ ਫੌਜ ਕੱਢ ਪੂਰਬੀ ਖੇਤਰ ਵਿੱਚ ਤਾਇਨਾਤ ਕਰਨ ਲੱਗਿਆ ਰੂਸ। ਜਦੋਂ ਤੱਕ ਯੂਕਰੇਨ ਹਾਰ ਨਹੀਂ ਮੰਨਦਾ, ਰੂਸ ਫੌਜ ਦੇ ਹਮਲੇ ਰਹਿਣਗੇ ਜਾਰੀ। ਰੂਸੀ ਵਿਦੇਸ਼ ਮੰਤਰੀ ਦਾ ਬਿਆਨ। ਸ਼ਿਕਾਗੋ ਵਿੱਚ ਵੀਕਐਂਡ ਤੇ ਥਾਂ-ਥਾਂ ਗੋਲਾਬਾਰੀ, 8 ਲੋਕਾਂ ਦੀ ਮੌਤ, 16 ਜ਼ਖਮੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। 2 ਸਾਲ ਦੀ ਦੇਰੀ ਤੋਂ ਬਾਅਦ ਆਖਰਕਾਰ ਚੀਨ ਨੇ ਕੁਝ ਭਾਰਤੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਆਗਿਆ ਦੇ ਦਿੱਤੀ ਹੈ, ਪਰ ਅਜੇ ਵੀ ਵੱਡੀ ਗਿਣਤੀ ਵਿੱਚ ਅਜਿਹੇ ਭਾਰਤੀ ਨੌਕਰੀ ਪੇਸ਼ਾ ਲੋਕ ਨੇ ਜਿਹੜੇ ਕੋਵਿਡ ਕਾਰਨ ਚੀਨੀ ਸਰਕਾਰ ਦੇ ਵੀਜ਼ਾ ਨਿਯਮਾਂ ਦੀ ਪਾਬੰਦੀ ਕਾਰਨ ਆਪਣੇ ਪਰਿਵਾਰਾਂ ਤੋਂ ਵਿਛੜ ਗਏ ਨੇ। ਇਸ ਲਈ ਇਹਨਾਂ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਇਸ ਮਾਮਲੇ ਨੂੰ ਚੀਨੀ ਸਰਕਾਰ ਦੇ ਸਾਹਮਣੇ ਉਠਾਉਣ ਦੀ ਅਪੀਲ ਕੀਤੀ ਹੈ। ਬਹੁਤ ਸਾਰੇ ਭਾਰਤੀ ਪੇਸ਼ੇਵਰ ਕਰਮਚਾਰੀ ਅਜਿਹੇ ਨੇ ਜਿਹੜੇ 5 ਸਾਲ ਤੋਂ ਲੈ ਕੇ 27 ਸਾਲ ਤੋਂ ਚੀਨ ਵਿੱਚ ਨੌਕਰੀ ਜਾਂ ਕਾਰੋਬਾਰ ਕਰ ਰਹੇ ਨੇ। ਇਹੋ ਜਿਹੇ ਪਰੇਸ਼ਾਨ ਭਾਰਤੀਆਂ ਨੇ ਬੀਤੇ ਮਈ ਮਹੀਨੇ 'ਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਇੱਕ ਸਾਂਝੀ ਪਟੀਸ਼ਨ ਭੇਜੀ ਹੈ। ਭਾਰਤੀ ਅੰਬੈਸੀ ਨੂੰ ਭੇਜੇ ਗਏ ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਆਲਮੀ ਮਹਾਮਾਰੀ ਕੋਵਿਡ-19 ਕਾਰਨ ਉਹ ਲੋਕ ਗਰੀਬ 26 ਮਹੀਨੇ ਤੋਂ ਬੱਚਿਆਂ ਸਮੇਤ ਆਪਵੇਂ ਪਰਿਵਾਰਾਂ ਤੋਂ ਵਿਛੜ ਗਏ ਨੇ। ਇਸ ਤਰ੍ਹਾਂ ਚੀਨੀ ਸਰਕਾਰ ਵੱਲੋਂ ਲਗਾਈਆਂ ਗਈਆਂ ਯਾਤਰਾ ਤੇ ਵੀਜ਼ਾ ਪਾਬੰਦੀਆਂ ਕਾਰਨ ਹੋਇਆ ਹੈ। ਚੀਨ ਦੇ ਬੀਜਿੰਗ, ਸ਼ੰਘਾਈ ਤੇ ਹੋਰਾਂ ਸ਼ਹਿਰਾਂ ਵਸੇ ਇਹਨਾਂ ਭਾਰਤੀਆਂ ਦਾ ਕਹਿਣਾ ਹੈ ਕਿ ਸਾਲ 2020 ਵਿੱਚ ਦਰਜਨਾਂ ਭਾਰਤੀ ਪੇਸ਼ੇਵਰਾਂ ਦੇ ਪਰਿਵਾਰਾਂ ਨੂੰ ਚੀਨ ਛੱਡਣਾ ਪਿਆ ਸੀ, ਪਰ ਨੌਕਰੀ ਪੇਸ਼ਾ ਤੇ ਕਾਰੋਬਾਰੀ ਭਾਰਤੀ ਆਪਣੇ ਕੰਮਕਾਜ ਕਾਰਨ ਉਦੋਂ ਭਾਰਤ ਨਹੀਂ ਪਰਤ ਸਕੇ ਸਨ। ਪਟੀਸ਼ਨ ਵਿੱਚ ਦੱਸਿਆ ਗਿਆ ਹੈ ਕਿ ਚੀਨ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ 23,000 ਭਾਰਤੀ ਵਿਦਿਆਰਥੀਆਂ 'ਚੋਂ ਕੁਝ ਹੀ ਚੀਨ ਵਾਪਸ ਪਰਤੇ ਨੇ। ਬਾਕੀ ਭਾਰਤੀ ਵਿਦਿਆਰਥੀਆਂ ਦੀ ਪੜ੍ਹਾਈ ਪਿਛਲੇ 2 ਸਾਲਾਂ ਤੋਂ ਰੁਕੀ ਹੋਈ ਹੈ। ਇਸ ਦੌਰਾਨ ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਜਾਓ ਨੇ ਦੱਸਿਆ ਕਿ ਜਿਨ੍ਹਾਂ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਹੋ ਚੁੱਕੀ ਹੈ, ਉਹਨਾਂ ਦਾ ਕੰਮਕਾਜ ਵੀ ਸ਼ੁਰੂ ਹੋ ਗਿਆ। ਬਾਕੀ ਬਚੇ ਭਾਰਤੀ ਵਿਦਿਆਰਥੀਆਂ ਲਈ ਭਾਰਤੀ ਪੱਖ ਨੂੰ ਹੀ ਵਾਪਸ ਆਉਣ ਦੇ ਇੱਛੁਕ ਵਿਦਿਆਰਥੀਆਂ ਦੀ ਸੂਚੀ ਦੇਣੀ ਹੈ। ਚੀਨੀ ਐਲਾਨ ਨੂੰ ਦੇਖਦੇ ਹੋਏ ਭਾਰਤੀ ਅੰਬੈਸੀ ਨੇ ਹੁਣ ਵਾਪਸ ਜਾਣ ਦੇ ਇੱਛੁਕ ਭਾਰਤੀ ਵਿਦਿਆਰਥੀਆਂ ਦੀ ਸੂਚੀ ਮੰਗੀ ਹੈ। ਇਹ ਜਾਣਕਾਰੀ 8 ਮਈ ਤੱਕ ਦੇਣ ਨੂੰ ਕਿਹਾ ਗਿਆ ਹੈ। ਮਾਰਚ ਵਿੱਚ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਦੇ ਭਾਰਤ ਆਉਣ ਤੇ ਉਹਨਾਂ ਦੇ ਸਾਹਮਣੇ ਭਾਰਤੀ ਵਿਦਿਆਰਥੀਆਂ ਦਾ ਮੁੱਦਾ ਉਠਾਏ ਜਾਣ ਤੇ ਪਟੀਸ਼ਨ ਵਿੱਚ ਜੈਸ਼ੰਕਰ ਦੀ ਤਾਰੀਫ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ 2 ਸਾਲ ਬੀਤਣ ਦੇ ਬਾਵਜੂਦ ਉਹਨਾਂ ਨੂੰ ਵਾਪਸੀ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਕੈਨੇਡਾ ਦੇ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਰਾਹੀਂ ਆਉਣ ਜਾਣ ਵਾਲੇ ਮੁਸਾਫਰ ਖੱਜਲ ਖੁਆਰ ਹੋ ਰਹੇ ਨੇ। ਸਿਕਿਉਰਿਟੀ ਸਕਰੀਨਿੰਗ ਸਟਾਫ ਦੀ ਕਮੀ ਕਾਰਨ ਹਵਾਈ ਅੱਡੇ ਤੇ ਮੁਸਾਫਰਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਜਾ ਸਕਦੀਆਂ ਨੇ। ਏਅਰਪੋਰਟ ਦੀ ਵੈਬਸਾਈਟ ਤੇ ਨਜ਼ਰ ਆ ਰਹੇ ਸੁਨੇਹੇ ਵਿੱਚ ਕਿਹਾ ਗਿਆ ਹੈ ਕਿ ਕੈਨੇਡੀਅਨ ਏਅਰ ਟਰਾਂਸਪੋਰਟ ਸਿਕਿਉਰਿਟੀ ਅਥਾਰਟੀ ਕੋਲ ਸਟਾਫ ਦੀ ਕਿੱਲਤ ਕਾਰਨ ਮੁਸਾਫਰਾਂ ਨੂੰ ਜਾਂਚ ਪ੍ਰਕਿਰਿਆ ਤੋਂ ਵਿਹਲਾ ਕਰਨ ਵਿੱਚ ਜ਼ਿਆਦਾ ਸਮਾਂ ਲੱਗ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਲੰਬੀਆਂ ਕਤਾਰਾਂ ਲੱਗ ਰਹੀਆਂ ਨੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸੋਮਵਾਰ ਨੂੰ ਕਿਹਾ ਕਿ ਦੁਨੀਆ ਭਰ ਦੇ ਮੁਸਲਮਾਨ ਹਿੰਸਾ ਦਾ ਸ਼ਿਕਾਰ ਹੋ ਰਹੇ ਨੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੁਸਲਿਮ ਭਾਈਚਾਰਾ ਅਮਰੀਕਾ ਨੂੰ ਦਿਨ-ਬ-ਦਿਨ ਮਜ਼ਬੂਤ ਕਰ ਰਿਹਾ ਹੈ, ਹਾਲਾਂਕਿ ਇਹ ਖੁਦ ਸਮਾਜ ਵਿੱਚ ਅਸਲ ਚੁਣੌਤੀਆਂ ਅਤੇ ਖਤਰਿਆਂ ਦਾ ਸਾਹਮਣਾ ਕਰ ਰਿਹਾ ਹੈ। ਬਾਈਡਨ ਨੇ ਇਹ ਗੱਲ ਵਾਈਟ ਹਾਊਸ ਵਿੱਚ ਈਦ ਉਲ ਫਿਤਰ ਦੇ ਮੌਕੇ ਤੇ ਕਹੀ। ਬਾਈਡਨ ਨੇ ਕਿਹਾ ਕਿ ਉਹਨਾਂ ਨੇ ਪਹਿਲੀ ਵਾਰ ਇੱਕ ਮੁਸਲਮਾਨ ਨੂੰ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਦੇ ਦੂਤ ਘਰ ਇੰਚਾਰਜ ਦੇ ਅਹੁਦੇ ਤੇ ਨਿਯੁਕਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਅੱਜ ਪੂਰੀ ਦੁਨੀਆ ਵਿੱਚ ਅਸੀਂ ਦੇਖ ਰਹੇ ਹਾਂ ਬਹੁਤ ਸਾਰੇ ਮੁਸਲਮਾਨ ਹਿੰਸਾ ਦਾ ਸ਼ਿਕਾਰ ਹੋ ਰਹੇ ਨੇ। ਕਿਸੇ ਨੂੰ ਵੀ ਉਹਨਾਂ ਦੇ ਧਾਰਮਿਕ ਵਿਸ਼ਵਾਸਾਂ ਲਈ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ। ਇਸ ਪ੍ਰੋਗਰਾਮ ਵਿੱਚ ਪਹਿਲੀ ਮਹਿਲਾ ਜ਼ਲ ਬਾਈਡਨ, ਮਸਜਿਦ ਦੇ ਇਮਾਮ ਮੁਹੰਮਦ ਡਾਕਟਰ ਤਾਲਿਬ ਐਮ ਸ਼ਾਰੀਫ ਅਤੇ ਪਾਕਿਸਤਾਨੀ ਗਾਇਕ ਅਤੇ ਸੰਗੀਤਕਾਰ ਅਰੂਜ਼ ਆਫਤਾਬ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਬਾਈਡਨ ਨੇ ਕਿਹਾ ਕਿ ਅਸੀਂ ਉਹਨਾਂ ਸਾਰਿਆਂ ਨੂੰ ਯਾਦ ਕਰਦੇ ਹਾਂ ਜੋ ਇਸ ਪਵਿੱਤਰ ਦਿਹਾੜੇ ਨੂੰ ਮਨਾਉਣ ਵਿੱਚ ਅਸਮਰਥ ਨੇ, ਜਿਨ੍ਹਾਂ ਵਿੱਚ ਉਈਗਰ, ਰੋਹਿੰਗਿਆ ਭਾਈਚਾਰੇ ਦੇ ਲੋਕ ਵੀ ਸ਼ਾਮਲ ਨੇ ਜੋ ਅਕਾਲ, ਹਿੰਸਾ, ਸੰਘਰਸ਼ ਅਤੇ ਬਿਮਾਰੀਆਂ ਨਾਲ ਜੂਝ ਰਹੇ ਨੇ। ਉਹਨਾਂ ਨੇ ਅੱਗੇ ਕਿਹਾ ਕਿ ਦੁਨੀਆ ਵਿੱਚ ਉਮੀਦ ਅਤੇ ਤਰੱਕੀ ਦੇ ਚਿੰਨ੍ਹਾਂ ਦਾ ਸਨਮਾਨ ਕਰੋ, ਜਿਸ ਵਿੱਚ ਜੰਗਬੰਦੀ ਵੀ ਸ਼ਾਮਲ ਹੈ, ਜਿਨ੍ਹਾਂ ਨੇ 6 ਸਾਲਾਂ ਵਿੱਚ ਪਹਿਲੀ ਵਾਰ ਯਮਨ ਵਿੱਚ ਲੋਕਾਂ ਨੂੰ ਰਮਜ਼ਾਨ ਅਤੇ ਈਦ ਸ਼ਾਂਤੀ ਨਾਲ ਮਨਾਉਣ ਦੀ ਆਗਿਆ ਦਿੱਤੀ ਹੈ। ਬਾਈਡਨ ਨੇ ਕਿਹਾ, ਪਰ ਨਾਲ ਹੀ ਸਾਨੂੰ ਇਹ ਵੀ ਸਵੀਕਾਰ ਕਰਨਾ ਹੋਏਗਾ ਕਿ ਵਿਦੇਸ਼ਾਂ ਅਤੇ ਇੱਥੇ ਦੇਸ਼ ਵਿੱਚ ਬਹੁਤ ਕੰਮ ਕੀਤਾ ਜਾਣਾ ਬਾਕੀ ਹੈ।
ਮੁਸਲਮਾਨ ਸਾਡੇ ਦੇਸ਼ ਨੂੰ ਹਰ ਦਿਨ ਮਜ਼ਬੂਤ ਬਣਾਉਂਦੇ ਨੇ, ਭਾਵੇਂ ਕਿ ਉਹਨਾਂ ਨੂੰ ਅਜੇ ਵੀ ਸਾਡੇ ਸਮਾਜ ਲਈ ਅਸਲ ਚੁਣੌਤੀਆਂ ਤੇ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿੱਚ ਨਿਸ਼ਾਨ ਹਿੰਸਾ ਅਤੇ ਇਸਲਾਮੋਫੋਬੀਆ ਸ਼ਾਮਲ ਹੈ। ਸਮਾਰੋਹ ਦੇ ਬਾਅਦ ਇੱਕ ਟਵੀਟ ਵਿੱਚ ਬਾਈਡਨ ਨੇ ਲਿਖਿਆ ਕਿ ਜਿਲ ਅਤੇ ਮੈਂ ਅੱਜ ਰਾਤ ਨੂੰ ਵਾਈਟ ਹਾਊਸ ਵਿੱਚ ਈਦ ਅਲ ਫਿਤਰ ਦਾ ਤਿਉਹਾਰ ਮਨਾ ਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਹੇ ਹਾਂ ਅਤੇ ਅਸੀਂ ਦੁਨੀਆ ਭਰ ਵਿੱਚ ਇਹ ਤਿਉਹਾਰ ਮਨਾਉਣ ਵਾਲੇ ਸਾਰਿਆਂ ਨੂੰ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ। ਈਦ ਮੁਬਾਰਕ। ਇਸ ਦੌਰਾਨ ਅਮਰੀਕਾ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਉਹਨਾਂ ਨੇ ਟਵੀਟ ਕੀਤਾ ਕਿ ਗਰਲਜ਼ ਅਤੇ ਮੈਂ ਈਦ ਉਲ ਫਿਤਰ ਮਨਾਉਣ ਵਾਲੇ ਸਾਰਿਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੰਦੇ ਹਾਂ। ਈਦ ਮੁਬਾਰਕ। ਹੈਰਿਸ ਦੇ ਪਤੀ ਦਾ ਨਾਮ ਗਰਲਜ਼ ਐਮਹੌਫ ਹੈ। ਯੂਕਰੇਨ ਦੀ ਸੈਨਾ ਨੇ ਦੱਸਿਆ ਹੈ ਕਿ ਰੂਸ ਆਪਣੇ ਬਲਾਂ ਨੂੰ ਬੰਦਰਗਾਹ ਵਾਲੇ ਸ਼ਹਿਰ ਮਾਰੀਉਪੋਲ ਤੋਂ ਕੱਢ ਪੂਰਬੀ ਖੇਤਰ ਵਿੱਚ ਤਾਇਨਾਤ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਰੂਸ ਨੇ ਜੰਗ ਦਾ ਕੇਂਦਰ ਹੁਣ ਲੁਹਾਨਸਕ ਅਤੇ ਡੋਨਬਾਸ ਖੇਤਰ ਨੂੰ ਬਣਾਇਆ ਹੋਇਆ ਹੈ। ਯੂਕਰੇਨ ਦੇ ਜਨਰਲ ਸਟਾਫ ਨੇ ਕਿਹਾ ਕਿ ਰੂਸ ਦੀਆਂ ਕਈ ਬਟਾਲੀਅਨਾਂ ਨੂੰ ਉੱਥੇ ਭੇਜਿਆ ਗਿਆ ਹੈ। ਇਹਨਾਂ ਨੂੰ ਲੁਹਾਨਸਕ ਦੇ ਪੋਪਸਨਾ ਇਲਾਕੇ ਵਿੱਚ ਤਾਇਨਾਤ ਕੀਤਾ ਜਾਏਗਾ। ਇੱਥੇ ਰੂਸੀ ਫੌਜ ਯੂਕਰੇਨ ਦੀ ਰੱਖਿਆ ਕਤਾਰ ਨੂੰ ਤੋੜਨ ਦਾ ਯਤਨ ਕਰ ਰਹੀ ਹੈ। ਯੂਕਰੇਨ ਨੇ ਕਿਹਾ ਕਿ ਰੂਸ ਸੋਲਵਿਆਨਸਕ ਤੇ ਵਾਰਵਿਕਰੋਵ ਕਸਬਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਯੂਕਰੇਨ ਦੇ ਫੌਜੀ ਮਾਮਲਿਆਂ ਦੇ ਇੱਕ ਮਾਹਿਰ ਨੇ ਕਿਹਾ ਕਿ ਮਾਰੀਉਪੋਲ ਤੋਂ ਫੌਜ ਕੱਢ ਜੰਗ ਦੇ ਹੋਰਨਾਂ ਮੋਰਚਿਆਂ ਦੇ ਤਾਇਨਾਤ ਕਰਨ ਦਾ ਮਤਲਬ ਹੈ ਕਿ ਰੂਸ ਉੱਥੇ ਬਹੁਤ ਅੱਗੇ ਨਹੀਂ ਵੱਧ ਸਕਿਆ। ਮਾਰੀਉਪੋਲ ਦੇ ਇੱਕ ਵੱਡੇ ਸਟੀਲ ਪਲਾਂਟ ਤੇ ਅਜੇ ਵੀ ਜ਼ੋਰਦਾਰ ਜੰਗ ਜਾਰੀ ਹੈ। ਯੂਕਰੇਨੀ ਬਲ ਉੱਥੇ ਰੂਸੀ ਫੌਜ ਨੂੰ ਜ਼ਬਰਦਸਤ ਟੱਕਰ ਦੇ ਰਹੇ ਨੇ। ਇੱਥੇ ਫਸੇ ਕਈ ਨਾਗਰਿਕਾਂ ਨੂੰ ਕੱਢਣ ਲਈ ਸੰਯੁਕਤ ਰਾਸ਼ਟਰ ਵੱਲੋਂ ਯੂਕਰੇਨ ਨਾਲ ਤਾਲਮੇਲ ਕੀਤਾ ਜਾ ਰਿਹਾ। ਮੁਲਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੂਸ ਵੱਲੋਂ ਕੀਤੀ ਤਾਜ਼ਾ ਬੰਬਾਰੀ ਵਿੱਚ ਕਈ ਨਾਗਰਿਕ ਮਾਰੇ ਗਏ ਨੇ। ਲੁਹਾਨਸਕ ਖੇਤਰ ਵਿੱਚ 3 ਜਣੇ ਮਾਰੇ ਗਏ ਨੇ ਤੇ 3 ਜ਼ਖਮੀ ਹੋ ਗਏ ਨੇ। ਦੁਨੇਸਤਕ ਖੇਤਰ ਵਿੱਚ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਜਰਮਨੀ ਨੇ ਕਿਹਾ ਹੈ ਕਿ ਜੇ ਰੂਸੀ ਪਾਬੰਦੀਆਂ ਦੇ ਬਦਲੇ ਉਹਨਾਂ ਦੀ ਤੇਲ ਸਪਲਾਈ ਕੱਟ ਵੀ ਦਿੰਦਾ ਹੈ ਤਾਂ ਉਹਨਾਂ ਕੋਲ ਬਦਲਵੇਂ ਪ੍ਰਬੰਧ ਨੇ। ਉਹਨਾਂ ਨੇ ਕਿਹਾ ਫਿਲਹਾਲ ਉਹ ਆਪਣੀ ਕੁੱਲ ਖਪਤ ਦਾ 12% ਹੀ ਰੂਸ ਤੋਂ ਦਰਾਮਦ ਕਰ ਰਹੇ ਨੇ। ਇਸ ਦੌਰਾਨ ਡੈਨਮਾਰਕ ਨੇ ਰੂਸ ਦੇ ਰਾਜਦੂਤ ਨੂੰ ਤਲਬ ਕੀਤਾ ਹੈ। ਉਹਨਾਂ ਰੂਸੀ ਫੌਜ ਦੇ ਟੋਹੀ ਜਹਾਜ਼ ਵੱਲੋਂ ਡੈਨਿਸ਼ ਏਅਰ ਸਪੇਸ ਦੀ ਉਲੰਘਣਾ ਦਾ ਮੁੱਦਾ ਰਾਜਦੂਤ ਕੋਲ ਉਠਾ ਕੇ ਜਵਾਬ ਮੰਗਿਆ ਹੈ। ਅਮਰੀਕਾ ਦੇ ਸ਼ਿਕਾਗੋ ਵਿੱਚ ਵੀਕਐਂਡ ਦੇ ਖੂਨੀ ਖੇਡਾਂ ਖੇਡੀਆਂ ਗਈਆਂ। ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ਵਿੱਚ 8 ਲੋਕਾਂ ਦੀ ਮੌਤ ਹੋ ਗਈ ਅਤੇ 16 ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਹਨਾਂ ਘਟਨਾਵਾਂ ਦੀ ਜਾਣਕਾਰੀ ਦਿੱਤੀ ਹੈ। ਸਥਾਨਕ ਮੀਡੀਆ ਨੇ ਸਿਟੀ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਗੋਲੀਬਾਰੀ ਦੀ ਘਟਨਾ ਸ਼ੁੱਕਰਵਾਰ ਸ਼ਾਮ 5:45 ਦੇ ਕਰੀਬ ਦਰਜ ਕੀਤੀ ਗਈ, ਜਦੋਂ ਕਿ 69 ਸਾਲਾ ਵਿਅਕਤੀ ਨੂੰ ਉਸਦੇ ਘਰ ਵਿੱਚ ਗੋਲੀ ਮਾਰ ਦਿੱਤੀ ਗਈ। ਕਤਲ ਦੀ ਇਹ ਘਟਨਾ ਸਾਊਥ ਕਿਲਪੈਟਰਿਕ ਦੀ ਹੈ। ਪੀੜਤਾਂ ਵਿੱਚ ਇੱਕ ਨਾਬਾਲਗ ਅਤੇ ਇੱਕ 62 ਸਾਲਾ ਔਰਤ ਸਮੇਤ ਹਰ ਉਮਰ ਵਰਗ ਦੇ ਲੋਕ ਸ਼ਾਮਲ ਨੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਘਟਨਾਵਾਂ ਬ੍ਰਾਈਟਨ ਪਾਰਕ, ਦੱਖਣੀ ਇੰਡੀਆਨਾ, ਨਾਰਥ ਕੇਡੇਜੀ ਐਵਨਿਊ, ਹਨਬੋਲਟ ਪਾਰਕ ਸਮੇਤ ਕਈ ਇਲਾਕਿਆਂ 'ਚ ਵਾਪਰੀਆਂ। ਇੱਕ ਮੀਡੀਆ ਆਊਟਲੈਟ ਦੇ ਅਨੁਸਾਰ ਪਿਛਲੇ ਹਫ਼ਤੇ ਵੀ 8 ਲੋਕ ਮਾਰੇ ਗਏ ਸਨ। ਗੋਲੀਬਾਰੀ ਵਿੱਚ 42 ਹੋਰ ਜ਼ਖਮੀ ਹੋ ਗਏ। ਇਸ ਤਰ੍ਹਾਂ ਦੀ ਹਿੰਸਾ ਪੂਰੇ ਅਮਰੀਕਾ ਵਿੱਚ ਇੱਕ ਵੱਡੀ ਸਮੱਸਿਆ ਰਹੀ ਹੈ, ਜਿਸ ਵਿੱਚ ਦੇਸ਼ ਵਿੱਚ ਛਿੱਟ-ਪੁੱਟ ਗੋਲੀਬਾਰੀ ਦੇ ਨਿਯਮਿਤ ਮਾਮਲਿਆਂ ਤੇ ਇੱਥੋਂ ਤੱਕ ਕਿ ਸਮੂਹਿਕ ਗੋਲੀਬਾਰੀ ਵੀ ਹੁੰਦੀ ਹੈ। ਅਮਰੀਕਾ ਦੇ ਦੇਸ਼ੀ ਸੰਗੀਤ ਦੀ ਮਸ਼ਹੂਰ ਜੋੜੀ ਨਾਓਮੀ ਜੂਡ ਦੀ ਬੀਤੇ ਦਿਨ ਮੌਤ ਹੋ ਗਈ। ਉਸਦੀ ਧੀ ਐਸ਼ਲੇ ਜੂਡ ਨੇ ਬੀਤੇ ਦਿਨ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਹ 76 ਸਾਲਾਂ ਦੀ ਸੀ। ਐਸ਼ਲੇ ਜੂਡ ਨੇ ਟਵਿੱਟਰ ਤੇ ਇੱਕ ਬਿਆਨ ਵਿੱਚ ਕਿਹਾ, ਅੱਜ ਅਸੀਂ ਭੈਣਾਂ ਨੇ ਇੱਕ ਤਰਾਸਦੀ ਦਾ ਅਨੁਭਵ ਕੀਤਾ। ਅਸੀਂ ਮਾਨਸਿਕ ਰੋਗ ਦੀ ਬਿਮਾਰੀ ਨਾਲ ਆਪਣੀ ਸੁੰਦਰ ਮਾਂ ਨੂੰ ਗੁਆ ਦਿੱਤਾ ਹੈ ਅਤੇ ਅਸੀਂ ਟੁੱਟ ਗਏ ਹਾਂ। ਐਸ਼ਲੇ ਜੂਡ ਨੇ ਟਵਿੱਟਰ ਤੇ ਇੱਕ ਬਿਆਨ ਵਿੱਚ ਇਸ ਦੀ ਸੂਚਨਾ ਦਿੱਤੀ ਅਤੇ ਮੌਤ ਦੀ ਪੁਸ਼ਟੀ ਕੀਤੀ। ਅਸੀਂ ਡੂੰਘੇ ਦੁੱਖ ਨੂੰ ਨੈਵੀਗੇਟ ਕਰ ਰਹੇ ਹਾਂ ਅਤੇ ਜਾਣਦੇ ਹਾਂ ਕਿ ਜਿਵੇਂ ਅਸੀਂ ਉਸ ਨੂੰ ਪਿਆਰ ਕਰਦੇ ਹਾਂ, ਉਸ ਨੂੰ ਉਸਦੇ ਲੋਕਾਂ ਦੁਆਰਾ ਪਿਆਰ ਕੀਤਾ ਗਿਆ ਸੀ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, ਅਸੀਂ ਅਣਜਾਣ ਖੇਤਰ ਵਿੱਚ ਹਾਂ। ਬ੍ਰਿਟੇਨ ਦੇ ਇੱਕ ਅਧਿਐਨ ਅਨੁਸਾਰ ਰੂਸ ਦੇ ਸਾਈਬਰ ਸੈਨਿਕਾਂ ਨੇ ਹੋਰਨਾਂ ਦੇਸ਼ਾਂ ਦੇ ਨੇਤਾਵਾਂ ਵਿਰੁੱਧ ਨਵੀਂ ਮੁਹਿੰਮ ਛੇੜੀ ਹੈ ਤੇ ਯੂਕਰੇਨ ਤੇ ਆਪਣੇ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਵੱਡੇ ਪੱਧਰ ਤੇ ਦੁਸ਼ਪ੍ਰਚਾਰ ਲਈ ਸੋਸ਼ਲ ਮੀਡੀਆ ਮੰਚਾਂ ਦਾ ਉਪਯੋਗ ਕਰ ਰਹੇ ਨੇ। ਯੂਕੇ ਦੇ ਵਿਦੇਸ਼ ਮੰਤਰਾਲਾ ਨੇ ਐਤਵਾਰ ਨੂੰ ਕਿਹਾ ਕਿ ਪਿਟਸਬਰਗ ਦੇ ਇੱਕ ਕਾਰਖਾਨੇ ਵਿੱਚ ਕੰਮ ਕਰਨ ਵਾਲੇ ਲੋਕ ਟੈਲੀਗ੍ਰਾਮ ਮੈਸੇਜਿੰਗ ਐਪ ਦਾ ਉਪਯੋਗ ਆਪਣੇ ਸਮਰਥਕਾਂ ਦੀ ਭਰਤੀ ਅਤੇ ਉਹਨਾਂ ਨਾਲ ਤਾਲਮੇਲ ਲਈ ਕਰਦੇ ਨੇ, ਪਰ ਫਿਰ ਇਹ ਲੋਕ ਰੂਸ ਦੇ ਆਲੋਚਕਾਂ ਦੇ ਸੋਸ਼ਲ ਮੀਡੀਆ ਸਾਈਟ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕਰੇਨ ਵਿੱਚ ਯੁੱਧ ਦੇ ਸਮਰਥਨ ਵਿੱਚ ਪੋਸਟ ਕਰਦੇ ਨੇ। ਇਹਨਾਂ ਲੋਕਾਂ ਇਸ ਕੰਮ ਲਈ ਭੁਗਤਾਨ ਕੀਤਾ ਜਾਂਦਾ ਹੈ। ਵਿਦੇਸ਼ ਦਫ਼ਤਰ ਅਨੁਸਾਰ ਹਾਲਾਂਕਿ ਕਥਿਤ ਟ੍ਰੋਲ ਫੈਕਟਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਛਾਣੇ ਜਾਣ ਤੋਂ ਬਚਣ ਲਈ ਨਵੀਂ ਤਕਨੀਕ ਵਿਕਸਿਤ ਕੀਤੀ ਹੈ। ਟੈਲੀਗ੍ਰਾਮ, ਟਵਿੱਟਰ, ਫੇਸਬੁੱਕ ਅਤੇ ਟਿਕਟੌਕ ਲਾਈਵ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਤਰ੍ਹਾਂ ਦੀਆਂ ਸਰਗਰਮੀਆਂ ਕੀਤੀਆਂ ਜਾ ਰਹੀਆਂ ਨੇ।
ਉਹਨਾਂ ਨੇ ਕਿਹਾ ਕਿ ਇਸ ਅਭਿਆਨ ਵਿੱਚ ਯੂਕੇ, ਦੱਖਣੀ ਅਫਰੀਕਾ ਤੇ ਭਾਰਤ ਵਿੱਚ ਕਈ ਦੇਸ਼ਾਂ ਦੇ ਨੇਤਾਵਾਂ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। रूस यूक्रेन ਵਿੱਚ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਰੂਸੀ ਫੌਜ ਲਗਾਤਾਰ ਯੂਕਰੇਨ ਤੇ ਹਮਲੇ ਕਰ ਰਹੀ ਹੈ। ਇਸ ਦੇ ਨਾਲ ਹੀ ਪੱਛਮੀ ਦੇਸ਼ ਵੀ ਇਸ ਕਾਰਨ ਰੂਸ ਤੇ ਨਵੀਆਂ ਪਾਬੰਦੀਆਂ ਲਗਾ ਰਹੇ ਨੇ। ਇਸ ਦੌਰਾਨ ਫਿਨਲੈਂਡ ਨੇ ਵੀ ਰੂਸ ਪ੍ਰਤੀ ਰਵੱਈਆ ਦਿਖਾਇਆ। ਫਿਨਲੈਂਡ ਨੇ ਕਿਹਾ ਕਿ ਫੇਨੋਇਵਾ ਕੰਸਟਰੋਇਮ ਹਾਨੀਕੀਵੀ ਪਰਮਾਣੂ ਪਾਵਰ ਪਲਾਂਟ ਦੀ ਡਿਲੀਵਰੀ ਲਈ ਰੂਸ ਦੇ ਰੋਸੈਟਮ ਨਾਲ ਇਕਰਾਰਨਾਮਾ ਖਤਮ ਕਰ ਰਿਹਾ ਵਿੱਚ ਦੂਤਵਾਸ ਨੂੰ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ ਹੈ। ਉੱਥੋਂ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਰੂਸੀ ਹਮਲੇ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਡੈਨਿਸ਼ ਦੂਤਵਾਸ ਮੁੜ ਖੋਲ੍ਹਿਆ ਜਾਏਗਾ। ਇਹ ਯੂਕਰੇਨ ਅਤੇ ਯੂਕਰੇਨੀ ਲੋਕਾਂ ਲਈ ਡੈਨਿਸ਼ ਸਮਰਥਨ ਦਾ ਇੱਕ ਬਹੁਤ ਮਜ਼ਬੂਤ ਪ੍ਰਤੀਕ ਹੈ ਕਿ ਅੱਜ ਅਸੀਂ ਡੈਨਿਸ਼ ਦੂਤਵਾਸ ਦੇ ਦਰਵਾਜ਼ੇ ਦੁਬਾਰਾ ਖੋਲ੍ਹ ਰਹੇ ਹਾਂ। ਜ਼ਿਕਰਯੋਗ ਹੈ ਕਿ ਰੂਸ ਦੇ ਹਮਲਿਆਂ ਦਾ ਵਿਰੋਧ ਕਰਨ ਵਾਲੇ ਕਈ ਦੇਸ਼ ਪਹਿਲਾਂ ਵੀ ਅਜਿਹਾ ਐਲਾਨ ਕਰ ਚੁੱਕੇ ਨੇ। ਫਰਾਂਸ, ਯੂਐਸ ਅਤੇ ਯੂਕੇ ਸਮੇਤ ਕਈ ਹੋਰ ਦੇਸ਼ਾਂ ਨੇ ਹਾਲ ਹੀ ਵਿੱਚ ਘੋਸ਼ਣਾ ਕੀਤੀ ਹੈ ਕਿ ਉਹ ਆਪਣੇ ਦੂਤਵਾਸ ਵਾਪਸ ਕੀਵ ਵਿੱਚ ਤਬਦੀਲ ਕਰ ਰਹੇ ਨੇ। ਮਾਸਕੋ ਦਾ ਕਹਿਣਾ ਹੈ ਕਿ ਯੂਕਰੇਨ ਵਿੱਚ ਉਸ ਦੀ ਮੌਜੂਦਗੀ ਇੱਕ ਵਿਸ਼ੇਸ਼ ਫੌਜੀ ਕਾਰਵਾਈ ਹੈ ਜਿਸ ਦਾ ਉਦੇਸ਼ ਦੇਸ਼ ਨੂੰ ਬਚਾਉਣਾ ਹੈ। ਦੁਨੀਆ ਅੰਦਰ ਅੰਨ ਸੰਕਟ ਪੈਦਾ ਹੋਣ ਦੀਆਂ ਖਬਰਾਂ ਵਿਚਾਲੇ ਭਾਰਤ ਅੰਦਰ ਵੀ ਫਿਕਰ ਵੱਧ ਗਿਆ। ਤਾਜ਼ਾ ਰਿਪੋਰਟਾਂ ਮੁਤਾਬਕ ਮੁੱਖ ਉਤਪਾਦਕ ਪੰਜਾਬ ਦੇ ਹਰਿਆਣਾ ਵਿੱਚ ਕਣਕ ਦਾ ਝਾੜ ਤਕਰੀਬਨ 50% ਤੱਕ ਘੱਟ ਹੋਣ ਦਾ ਅਨੁਮਾਨ ਹੈ। ਇਹ ਅੰਕੜਾ 1 ਮਈ ਤੱਕ ਦਾ ਹੈ। ਇਸ ਤੋਂ ਸਪਸ਼ਟ ਹੈ ਕਿ ਅਗਲੇ ਸਮੇਂ ਅੰਦਰ ਭਾਰਤ ਵਿੱਚ ਵੀ ਖੁਰਾਕ ਦੀ ਸਮੱਸਿਆ ਆ ਸਕਦੀ ਹੈ। ਹਾਸਲ ਜਾਣਕਾਰੀ ਮੁਤਾਬਕ ਹਾੜੀ ਸੀਜ਼ਨ ਵਿੱਚ ਵੱਡੇ ਪੱਧਰ ਤੇ ਬਰਾਮਦ ਤੇ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਘੱਟ ਹੋਣ ਕਾਰਨ ਕੇਂਦਰ ਸਰਕਾਰ ਵੱਲੋਂ 1 ਮਈ ਤੱਕ ਕਣਕ ਦੀ ਖਰੀਦ 44% ਤੱਕ ਘੱਟ ਕੇ 162 ਲੱਖ ਟਨ ਰਹਿ ਗਈ ਹੈ। ਮੌਜੂਦਾ ਹਾੜੀ ਸੀਜ਼ਨ ਵਿੱਚ 1 ਮਈ ਤੱਕ ਸਰਕਾਰੀ ਏਜੰਸੀਆਂ ਵੱਲੋਂ ਹੁਣ ਤੱਕ ਲਗਭਗ 162 ਲੱਖ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ, ਜਦਕਿ ਪਿਛਲੇ ਵਰੇ 288 ਲੱਖ ਟਨ ਸੀ। ਸਰਕਾਰੀ ਅੰਕੜਿਆਂ ਮੁਤਾਬਕ ਲਗਭਗ 14.70 ਲੱਖ ਕਿਸਾਨਾਂ ਨੂੰ MSP ਤੇ ਖਰੀਦ ਹੋਣ ਕਾਰਨ 32 ਕਰੋੜ 6,33,071 ਰੁਪਏ ਦਾ ਲਾਭ ਪੁੱਜਾ ਹੈ। ਹੁਣ ਤੱਕ ਲਗਭਗ 9.63 ਲੱਖ ਟਨ ਕਣਕ ਪ੍ਰਾਈਵੇਟ ਖਰੀਦਦਾਰਾਂ ਵੱਲੋਂ 21 ਅਪ੍ਰੈਲ ਤੱਕ ਬਾਹਰ ਭੇਜੀ ਜਾ ਚੁੱਕੀ ਹੈ। ਕਈ ਦੇਸ਼ ਅਨਾਜ ਸੰਕਟ ਦਾ ਸਾਹਮਣਾ ਕਰ ਰਹੇ ਨੇ, ਜਦਕਿ ਰੂਸ ਯੂਕਰੇਨ ਵਿਚਾਲੇ ਜੰਗ ਖਤਮ ਹੋਣ ਦੇ ਕੋਈ ਸੰਕੇਤ ਨਹੀਂ। ਜੇਕਰ ਜੰਗ ਨੂੰ ਜਲਦੀ ਨਾ ਰੋਕਿਆ ਗਿਆ ਤਾਂ ਸ਼ਰਨਾਰਥੀਆਂ ਦੀਆਂ ਜਾਨਾਂ, ਮੌਤਾਂ ਤੇ ਜ਼ਖਮੀਆਂ ਦੀ ਗਿਣਤੀ ਵਧਣ ਦੇ ਨਾਲ-ਨਾਲ ਪੂਰੀ ਦੁਨੀਆ ਨੂੰ ਭਿਆਨਕ ਅਕਾਲ ਦੇ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੁਨੀਆ ਇੱਕ ਵਾਰ ਫਿਰ ਰੋਟੀ ਨੂੰ ਤਰਸੇਗੀ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਜੰਗ ਦੁਨੀਆ ਨੂੰ ਭੋਜਨ ਸੰਕਟ ਵੱਲ ਧੱਕ ਸਕਦੀ ਹੈ। ਦਰਅਸਲ ਮਾਹਿਰਾਂ ਵੱਲੋਂ ਅਜਿਹਾ ਦਾਅਵਾ ਕਰਨ ਪਿੱਛੇ ਇੱਕ ਵੱਡਾ ਕਾਰਨ ਹੈ। ਇਹ ਲੜਾਈ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਹੈ। ਇਸ ਯੁੱਧ ਤੋਂ ਪਹਿਲਾਂ ਇਹ ਦੋਵੇਂ ਦੇਸ਼ ਦੁਨੀਆ ਵਿੱਚ ਸਭ ਤੋਂ ਵੱਧ ਅਨਾਜ ਵੇਚਦੇ ਸੀ। ਉਹ ਬਨਸਪਤੀ ਤੇਲ ਤੇ ਵੱਖ-ਵੱਖ ਅਨਾਜ ਦੇ ਪ੍ਰਮੁੱਖ ਨਿਰਯਾਤਕ ਸਨ। ਇੰਨਾ ਹੀ ਨਹੀਂ, ਰੂਸ ਪੈਟਰੋਲ ਤੇ ਗੈਸ ਵਰਗੇ ਈਂਧਨ ਦਾ ਸਭ ਤੋਂ ਵੱਡਾ ਨਿਰਯਾਤਕ ਵੀ ਹੈ। ਇਸ ਲਈ ਦੁਨੀਆ ਭਰ ਵਿੱਚ ਇਸ ਦੀ ਕੀਮਤ ਵੱਧ ਰਹੀ ਹੈ। ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਇਹ ਸਤਰਾਂ ਇਸ ਘਟਨਾ ਤੇ ਬਿਲਕੁਲ ਢੁਕਵੀਆਂ ਬੈਠਦੀਆਂ ਨੇ, ਜਿੱਥੇ ਘਟਨਾ ਦੇ ਲਗਭਗ 50 ਘੰਟੇ ਬਾਅਦ ਚੀਨ ਵਿੱਚ ਢਹਿ-ਢੇਰੀ ਇਮਾਰਤ ਦੇ ਮਲਬੇ ਵਿੱਚੋਂ ਐਤਵਾਰ ਨੂੰ ਇੱਕ ਔਰਤ ਨੂੰ ਜਿਉਂਦੇ ਬਚਾਇਆ ਗਿਆ। ਦਰਜਨਾਂ ਲੋਕ ਅਜੇ ਵੀ ਫਸੇ ਜਾਂ ਲਾਪਤਾ ਨੇ। ਚੀਨ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਚੀਨੀ ਮੀਡੀਆ ਮੁਤਾਬਕ ਪੁਲਿਸ ਨੇ ਹਾਦਸੇ ਵਿੱਚ ਗੰਭੀਰ ਗੜਬੜੀ ਦੇ ਸ਼ੱਕ ਅਤੇ ਇਮਾਰਤ ਦੇ ਮਾਲਕ ਸਮੇਤ 9 ਲੋਕਾਂ ਨੂੰ ਗ੍ਰਿਫਤਾਰ ਕੀਤਾ। ਰਾਜ ਦੇ ਪ੍ਰਸਾਰਕ CCTV ਨੇ ਇੱਕ ਵੀਡੀਓ ਪ੍ਰਸਾਰਿਤ ਕੀਤਾ ਜਿਸ ਵਿੱਚ ਸਥਾਨਕ ਸਮੇਂ ਅਨੁਸਾਰ ਸ਼ਾਮ 4:30 ਵਜੇ ਦੇ ਕਰੀਬ ਬਚਾਅ ਕਰਮਚਾਰੀ ਔਰਤ ਨੂੰ ਸਟ੍ਰੈਚਰ ਤੇ ਮਲਬੇ ਵਿੱਚੋਂ ਬਾਹਰ ਕੱਢਦੇ ਹੋਏ ਨਜ਼ਰ ਆਏ, ਜਦੋਂ ਕਿ ਕੁਝ ਲੋਕਾਂ ਨੂੰ ਕਾਰਵਾਈ ਦੌਰਾਨ ਰਾਹਤ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਚੀਕਦੇ ਸੁਣਿਆ ਜਾ ਸਕਦਾ ਹੈ। ਔਰਤ ਨੂੰ ਹਸਪਤਾਲ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਹੁਨਾਨ ਸੂਬੇ ਦੀ ਰਾਜਧਾਨੀ ਚੰਗਾਸ਼ਾ ਵਿੱਚ ਸ਼ੁੱਕਰਵਾਰ ਦੁਪਹਿਰ ਢਹਿਣ ਵਾਲੀ ਇਮਾਰਤ 'ਚੋਂ ਹੁਣ ਤੱਕ ਇੱਕ ਔਰਤ ਸਮੇਤ 6 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਚੰਡੀਗੜ੍ਹ ਵਿੱਚ ਅਗਰਬੱਤੀ ਬਣਾਉਣ ਵਾਲੀ ਇੱਕ ਕੰਪਨੀ ਜਪਜੀ ਸਾਹਿਬ ਦੇ ਗੁਟਕਾ ਸਾਹਿਬ ਨੂੰ ਹਿੰਦੀ ਵਿੱਚ ਪ੍ਰਕਾਸ਼ਿਤ ਕਰਕੇ ਅਗਰਬੱਤੀ ਨਾਲ ਵੇਚ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਨੋਟਿਸ ਲੈਂਦਿਆਂ ਇੱਕ ਕਮੇਟੀ ਦਾ ਗਠਨ ਕਰਕੇ ਜਾਂਚ ਦੇ ਹੁਕਮ ਦਿੱਤੇ ਨੇ। ਮਿਲੀ ਜਾਣਕਾਰੀ ਅਨੁਸਾਰ ਅਗਰਬੱਤੀ ਬਣਾਉਣ ਵਾਲੀ ਇੱਕ ਕੰਪਨੀ ਖਿਲਾਫ ਸ਼੍ਰੋਮਣੀ ਕਮੇਟੀ ਕੋਲ ਸ਼ਿਕਾਇਤ ਪਹੁੰਚੀ ਸੀ, ਜਿਸ ਤੋਂ ਬਾਅਦ ਚੇਅਰਮੈਨ ਹਰਜਿੰਦਰ ਸਿੰਘ ਧਾਮੀ ਨੇ ਧਰਮ ਪ੍ਰਚਾਰ ਕਮੇਟੀ ਦੇ ਧਾਰਮਿਕ ਵਿਭਾਗ ਨੂੰ ਜਾਂਚ ਕਰਨ ਲਈ ਕਿਹਾ ਹੈ। ਪ੍ਰਧਾਨ ਧਾਮੀ ਦਾ ਕਹਿਣਾ ਹੈ ਕਿ ਗੁਰਬਾਣੀ ਨੂੰ ਵਪਾਰਕ ਹਿੱਤਾਂ ਲਈ ਵਰਤਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਾਂਚ ਦੀ ਰਿਪੋਰਟ ਦੇ ਆਧਾਰ ਤੇ ਸੰਬੰਧਿਤ ਕੰਪਨੀ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਸਹਾਇਕ ਸਕੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਾਂਚ ਦੇ ਹੁਕਮ ਦਿੱਤੇ ਨੇ। ਚੰਡੀਗੜ੍ਹ ਸਥਿਤ ਇੱਕ ਕੰਪਨੀ ਅਗਰਬੱਤੀ ਬਣਾਉਂਦੀ ਹੈ। ਕੰਪਨੀ ਨੇ ਹਿੰਦੀ ਭਾਸ਼ਾ ਵਿੱਚ ਜਪਜੀ ਸਾਹਿਬ ਦਾ ਗੁਟਕਾ ਤਿਆਰ ਕੀਤਾ ਹੈ ਅਤੇ ਉਸ ਨਾਲ ਉਹ ਆਪਣੀ ਕੰਪਨੀ ਦੀ ਮਸ਼ਹੂਰੀ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਅਗਰਬੱਤੀ ਬਣਾਉਣ ਵਾਲੀ ਕੰਪਨੀ ਗੁਟਕਾ ਸਾਹਿਬ ਅਗਰਬੱਤੀ ਦੇ ਡੱਬਿਆਂ ਵਿੱਚ
पैक करके भेज रही है। एसजीपीसी प्रधान का कहना है कि यह मामला बहुत गंभीर है। इस नाल सिख संगत ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਸ ਦੇ ਨਾਲ ਹੀ ਇਹ ਪਵਿੱਤਰ ਗੁਰਬਾਣੀ ਦਾ ਅਪਮਾਨ ਵੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਦੇ ਆਦੇਸ਼ ਦਿੱਤੇ ਗਏ ਨੇ ਤੇ ਰਿਪੋਰਟ ਦੇ ਆਧਾਰ ਤੇ ਕਾਰਵਾਈ ਕੀਤੀ ਜਾਏਗੀ। ਮੁੱਖ ਮੰਤਰੀ ਬੇਅੰਤ ਸਿੰਘ ਕਤਲकांड ਕੇਸ ਵਿੱਚ ਦੋਸ਼ੀ ਠਹਿਰਾਏ ਗਏ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫੀ ਦੀ ਅਪੀਲ ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ 2 ਮਹੀਨਿਆਂ ਵਿੱਚ ਫੈਸਲਾ ਲੈਣ ਲਈ ਕਿਹਾ ਹੈ। इस केस विच राजोआणा नूं फांसी की सज़ा सुनाई गई सी। जस्टिस यू ललित की अगवाई वाले बेंच जिस विच जस्टिस एस रविंदर भट्ट ते पीएस नरसिम्हा भी शामिल सन ने कहा कि केंद्र नूं फैसला जल्द तो जल्द लेना चाहिए है। केंद्र वालों पेश होए वधीक सॉलिसिटर जनरल KM नटराज ने कहा कि सज़ा मुआफी पटीशन उत्ते विचार नहीं किया जा सकता क्योंकि दोषी वालों नहीं बल्कि किसी होर संगठन वालों दायर की गई है। केंद्रीय गृह मंत्रालय ने भी दलील दी है कि पटीशन उदों तक फैसला नहीं हो सकता जदों तक इस केस विच बाकी दोषियों वालों सुप्रीम कोर्ट विच दायर अपीलों का फैसला नहीं हो जाता। सुप्रीम कोर्ट ने कहा है कि किसी भी व्यक्ति को कोविड का टीका लगवाउण लई मजबूर नहीं किया जा सकता। भारत विचली सिखरली अदालत ने केंद्र सरकार नूं कहा कि वह टीके ना लगवाउण दे माड़े असर बारे आंकड़े जनतक करे। जस्टिस L नागेश्वर राव और जस्टिस BR गवई ने बेंच ने कहा कि संविधान की धारा 21 तहत शरीरिक खुदमुख्तियारी और अखंडता की रक्षा की जाती है। बेंच ने सुझाव दिता है कि जदों तक कोविड पीड़ितां की गिणती घट है उदों तक टीके ना लगवाउण वालियां ते जनतक खेतरां 'च जाण ते कोई पाबंदी नहीं होनी चाहिए। बेंच ने कहा कि मौजूदा जानकारी और माहिरां दे विचारां दे आधार ते कोविड-19 टीकाकरण नीति नूं स्पष्ट तौर ते पक्षपाती और गैर तर्कसंगत नहीं कहा जा सकता। बेंच ने केंद्र सरकार नूं यह भी निर्देश दिते ने कि लोकां ते डॉक्टरां तो टीकाकरण के असर बारे रिपोर्टां तैयार करवा के उन्हां नूं जनतक करे। सुप्रीम कोर्ट ने कौमी टीकाकरण तकनीक सलाहकार ग्रुप के साबका मैंबर डॉक्टर जैकब वालों दाखिल पटीशन ते यह फैसला सुनाया। मंगलवार नूं पंजाब के कई जिलों में धूड़ भरी तेज़ हवा चली ते कई थावां ते बदलवाई रहण नाल लोकां नूं कहर दी गर्मी तो राहत मिली। हालांकि कुछ जिलों में तेज धुप कारण लोग परेशान रहे। मौसम विभाग ने पहला ही पंजाब विच धूड़ भरी हनेरी ते तेज हवावां चलण की भविष्यवाणी की सी। कई जिलों में बारिश पैण की भी संभावना है। इस तो बाद 5 मई तो मुड़ तापमान बढ़न की संभावना है। चंडीगढ़ पटियाला संगरूर ते लुधियाना सने कई जिलों में मंगलवार नूं गर्मी तो कुछ राहत मिली है। सवेर तो ही धूड़ भरियां हवावां चल रही ने जिस कारण गर्मी तो राहत मिली है पर धूड़ भरियां हवावां कारण राहगीरां दीयां मुश्किलां वध गईयां ने। सवेरे पारा भी होरनां दिनां दे मुकाबले हेठां दर्ज किया गया। सवेरे 8 बजे तापमान 19 डिग्री सैल्सीअस सी। इस दे नाल ही शाम नूं तूफान आउण दी संभावना है जबकि कल पूरा दिन धूड़ भरियां हवावां नाल मींह पै सकता है। मौसम विभाग अनुसार सरगर्म वैसटर्न डिस्टर्बेंस कारण मौसम विच बदलाव आया है। कल भी मौसम अजिहा ही रहेगा। हालांकि मीह की कोई संभावना इन्नी नहीं जापदी। दस दिए कि मई का महीना गर्मी की मार चल रहे लोगों लिए राहत लेके आया है। देश विच पिछले 2-3 हफ्तियों तो चल रही हीट वेव का अंत हो गया। मौसम विभाग का कहना है कि अगले कुछ दिनों तक वधदा पारा भी इस तरह की राहत देगा। पंजाब हरियाणा दिल्ली पश्चिमी उत्तर प्रदेश और उत्तरी राजस्थान में मौसम बदलेगा तो कई इलाकों में धूड़ भरी हनेरी चलण की संभावना बनी रहेगी। कुछ थावां ते बदल छाए रहेंगे ते गरज नाल बिजली चमकण की संभावना भी है। इस स्थिति अगले 3 दिनों तक जारी रह सकती है। इस सन हुण तक दी खबरां मैनूं वरुण कौर मान नूं दिओ आग्या। होर खबरां दे लई साडा YouTube चैनल पंजाब मेल यूएसए टीवी जरूर सबसक्राइब करो। सत श्री अकाल।